ਜਿਹੜਾ ਪ੍ਰਚਾਰ ਸਾਲ ਸਵਾ ਸਾਲ ਦਿੱਲੀ ਬਾਰਡਰ ਦੇ ਉੱਤੇ ਚੱਲਿਆ ਖੁੰਡਾ ਪੈ ਗਿਆ ਜਦੋਂ ਉਹ ਉੱਥੋਂ ਚੱਲੇ ਨੇ। ਇਹਦੇ ਲਈ ਸਭ ਤੋਂ ਵੱਡੀ ਤਾਂ ਕਮੀ ਸਾਡੀ ਇਹ ਰਹਿ ਗਈ ਕਿ ਸਾਡੇ ਲੋਕਾਂ ਦੀ ਅਸਲ ਜਿਹੜੀ ਜ਼ਮੀਰ ਹੈ ਉਹ ਗੁਲਾਮ ਹੋਈ ਹੈ। ਉਹ ਪਿੰਡਾਂ ਦੇ ਵਿੱਚ ਇਸ ਗੱਲਾਂ ਤੋਂ ਡਰਦੇ ਸਾਤੇ ਝੂਠੇ ਪਰਚੇ ਪੈਣਗੇ, ਜੇ ਹੋਊਗਾ ਉਹਨਾਂ ਨੂੰ ਡਰਾਇਆ ਵੀ ਜਾਂਦਾ। ਈਵਨ ਮੈਨੂੰ ਵੀ ਕਈ ਫੋਨ ਇਦਾਂ ਦੇ ਆਏ ਨੇ। ਧਿਆਨ ਸਿੰਘ ਡੋਗਰਾ, ਗੁਲਾਬ ਚੰਦ ਡੋਗਰਾ, ਦੋ ਜਾਣੇ ਸ਼ੇਰੇ ਪੰਜਾਬ ਦਾ ਰਾਜ ਖਤਮ ਕਰ ਗਏ। ਇੱਥੇ ਤੇ ਹਜ਼ਾਰਾਂ ਡੋਗਰੇ ਨੇ। ਬਾਦਲ, ਕੈਪਟਨ, ਢੀਂਡਸਾ, ਬ੍ਰਹਮਪੁਰਾ, ਪਤਾ ਨਹੀਂ ਕਿੰਨੇ ਕਿੰਨੇ। ਆ ਮਾਇਆਵਤੀ ਜੀ ਵੱਲ ਵੇਖ ਲਓ। ਇੱਥੇ ਸਾਨੂੰ ਕਹਿੰਦੀ ਅਸੀਂ ਕਿਸਾਨਾਂ ਦੇ ਹਮਾਇਤੀ ਹਾਂ, ਅਸੀਂ ਬਾਦਲ ਸਰਕਾਰ ਨਾਲ ਰਲ ਕੇ ਚੋਣਾਂ ਲੜ ਰਹੇ ਹਾਂ। ਤੇ ਕੱਲ ਨਵੇਂ-ਸ਼ਹਿਰ ਰੈਲੀ ਵੀ ਕਰਕੇ ਗਿਆ ਤੇ ਯੂਪੀ 'ਚ ਜਾ ਕੇ ਬੀਜੇਪੀ ਨੂੰ ਸਮਰਥਨ ਦੇ ਦਿੱਤਾ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਮਹਾਨ ਪੁਰਬ ਹੈ। ਬਾਬੇ ਨਾਨਕ ਦਾ ਗੁਰਪੁਰਬ ਲੰਘ ਕੇ ਗਿਆ। ਗੁਰੂ ਗੋਬਿੰਦ ਸਿੰਘ ਜੀ ਦਾ ਮਹਾਨ ਪੁਰਬ ਲੰਘ ਕੇ ਗਿਆ। ਉਹਨਾਂ ਦਾ ਸੰਕਲਪ ਇਹ ਲੋਕ ਫਿਰ ਕਦੋਂ ਪੂਰਾ ਕਰਨਗੇ? ਬਾਬਾ ਸਾਹਿਬ ਦੇ ਪੋਸਟਰ ਲਾਏ ਤੇ ਵੋਟਾਂ ਕੱਟ ਰਹੇ ਨੇ। ਵੋਟ ਦਾ ਹੱਕ ਉਹਨਾਂ ਨੇ ਲੈ ਕੇ ਦਿੱਤਾ ਨਾ। ਪਿੰਡਾਂ ਦੇ ਚੌਧਰੀ ਪਿੰਡਾਂ 'ਚ ਜਾ ਕੇ ਉਹ ਵੋਟਾਂ ਘਟਾਉਂਦੇ ਨੇ ਜਿਹੜੀਆਂ ਉਹਨਾਂ ਦੇ ਵਿਰੋਧ 'ਚ ਭੁਗਤਣੀਆਂ। ਵਿੱਦਿਆ ਦਾ ਹੱਕ ਸਾਨੂੰ ਬਾਬਾ ਸਾਹਿਬ ਨੇ ਲੈ ਕੇ ਦਿੱਤਾ। ਸਕੂਲ ਬੰਦ, ਪਰਸੋਂ ਧਰਨਾ ਲਾ ਕੇ ਰੋਡ ਸਕੂਲ ਖਲਾਏ ਨੇ। ਜਿਸ ਵੇਲੇ ਬਾਬੇ ਨਾਨਕ ਨੇ ਲੜਾਈ ਲੜੀ ਆ ਉਦੋਂ ਲੋਕਤੰਤਰ ਨਹੀਂ ਸੀ। ਅੱਜ ਤਾਂ ਲੋਕ ਚੁਣਦੇ ਆ, ਫੇਰ ਵੀ ਆਪਣੇ ਚੁਣੇ ਹੋਏ ਆਪਣੇ ਆਗੂ ਨੂੰ ਸਵਾਲ ਕਿਉਂ ਨਹੀਂ ਕਰਦੇ? ਮੋਦੀ ਨੇ ਜਿੰਨੇ ਵੀ ਕਾਨੂੰਨ ਲਿਆਂਦੇ ਕੋਈ ਵਾਪਸ ਲਿਆ ਮੁੜ ਕੇ? ਅਸੀਂ ਖੇਤੀ ਦੇ ਕਾਨੂੰਨ ਵਾਪਸ ਕਰਵਾਏ ਉਹਦੇ ਤੋਂ ਜੀ, ਕਰਵਾ ਕੇ ਉਹਦੇ ਮੂੰਹੋਂ ਗਲਤੀ ਮਨਾ ਕੇ ਫਿਰ ਪੰਜਾਬ ਆਏ ਆ। ਕਹਿੰਦੇ 36000 ਨੌਕਰੀ ਦਿੱਤੀ ਆ, ਤਾਂ 3 ਨੌਕਰੀਆਂ ਪਿੰਡ ਦੀਆਂ ਬਣਦੀਆਂ ਨੇ। ਆਪਣੇ ਪਿੰਡ 'ਚ ਪੁੱਛ ਕੇ ਦੇਖੋ ਤਾਂ ਕਿੰਨਿਆਂ ਨੂੰ ਮਿਲੀ ਆ ਨੌਕਰੀ। ਮੇਰੇ ਇਲਾਕੇ 'ਚ ਵੱਡੇ ਵੱਡੇ ਲੀਡਰ ਨੇ, ਖਹਿਰਾ ਵਰਗੇ, ਚੌਧਰੀ ਵਰਗੇ। ਇਹਨਾਂ ਦੀ ਹੋਂਦ ਦੇ ਵਿੱਚ ਚਿੱਟਾ ਵਿਕਦਾ। ਇਹਨਾਂ ਨੂੰ ਖਬਰਾਂ ਦੇ ਚੁੱਕੇ ਆ, ਤਾਂ ਨਹੀਂ ਫੜੇ ਜਾਂਦੇ ਬੰਦੇ। 20 25 ਗੱਡੀਆਂ ਇਹਨਾਂ ਦੀਆਂ। ਚੰਡੀਗੜ੍ਹ ਦੇ ਵਿੱਚ 8 7 8 ਕੋਟੀਆਂ ਜਿਹੜੀਆਂ 7 ਕਰੋੜ ਦੀਆਂ, 10 ਕਰੋੜ ਦੀਆਂ, ਉਹ ਕਿੱਥੋਂ ਆਈਆਂ? ਇਹ ਅੱਪ ਕਿਵੇਂ ਹੋਏ? ਉਹ ਸਾਰਾ ਪੈਸਾ ਸਾਡੇ ਟੈਕਸ ਦਾ ਹੀ ਆ। ਅਸੀਂ ਚੋਰੀ ਹੋਇਆ ਟੈਕਸ ਇਹਨਾਂ ਤੋਂ ਵਾਪਸ ਕਢਾਵਾਂਗੇ। ਐਨਜੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬ ਦੇ ਵਿੱਚ 20 ਫਰਵਰੀ ਨੂੰ ਵਿਧਾਨ ਸਭਾ ਦੀਆਂ ਚੋਣਾਂ ਬਿਲਕੁਲ ਨੇੜੇ ਨੇ। ਜਿਵੇਂ ਜਿਵੇਂ ਨੇੜੇ ਆ ਰਹੀਆਂ ਤੇ ਮਾਹੌਲ ਜਿਹੜਾ ਉਹ ਗਰਮਾ ਰਿਹਾ। ਸਾਰੀਆਂ ਪਾਰਟੀਆਂ ਦੇ ਵੱਲੋਂ ਜਿਹੜੇ ਚੋਣ ਪ੍ਰਚਾਰ ਤੇਜ਼ ਕੀਤੇ ਜਾ ਰਹੇ ਨੇ। ਕਿਸ ਦੀ ਜਿੱਤ ਹੁੰਦੀ, ਕਿਸ ਦੀ ਹਾਰ ਹੁੰਦੀ ਆ, ਇਹ 10 ਮਾਰਚ ਦੱਸੇਗੀ। ਪਰ ਜਿਹੜੀ ਆਮ ਲੋਕਾਂ ਦੀ ਹਾਰ ਹੈ ਉਹ ਬਹੁਤੀ ਦੂਰ ਦਿਖਾਈ ਨਹੀਂ ਦੇ ਰਹੀ, ਕਿਉਂਕਿ ਪਹਿਲਾਂ ਦੀ ਤਰ੍ਹਾਂ ਹੁਣ ਵੀ ਕੋਈ ਖਾਸ ਇਦਾਂ ਦੇ ਲੋਕਾਂ ਵੱਲੋਂ ਸਵਾਲ ਜਵਾਬ ਨਹੀਂ ਸਾਹਮਣੇ ਆ ਰਹੇ ਇਹਨਾਂ ਲੀਡਰਾਂ ਨੂੰ। ਜਿਹੜੇ ਸਵਾਲ ਉੱਠੇ ਸੀਗੇ ਕਿਸਾਨੀ ਅੰਦੋਲਨ ਦੇ ਵਿੱਚ, ਜਿਹੜੇ ਸਵਾਲ ਉੱਥੇ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨਾਂ ਨੇ ਲਾਈਵ ਹੋ ਕੇ ਜਿੱਥੇ 24 ਘੰਟੇ ਸਟੇਜ ਚੱਲਦੀ ਸੀ, ਉਹ ਸਵਾਲ ਜਿਹੜੇ ਆ ਉਹ ਉੱਥੇ ਦੇ ਹੀ ਉੱਥੇ ਰਹਿ ਗਏ। ਜਾਂ ਇਹ ਕਹਿ ਲਈਏ ਕਿ ਜੇ ਉੱਥੋਂ ਜਦੋਂ ਫਤਿਹ ਹਾਸਲ ਕਰਕੇ ਜਦੋਂ ਪੰਜਾਬ ਨੂੰ ਮੋਰਚੇ ਦੇ ਵਿੱਚ ਜਿਹੜੇ ਸਾਡੇ ਯੋਧੇ ਸੀਗੇ ਉਹ ਚੱਲੇ ਸੀ, ਕਿਸਾਨ ਮਜ਼ਦੂਰ ਪੰਜਾਬ ਤੇ ਨਾਲ ਜਿਹੜੇ ਆਗੂ ਸਹਿਬਾਨ ਸੀਗੇ ਤੇ ਜਿਨ੍ਹਾਂ ਦਾ ਸਹਿਯੋਗ ਕੀਤਾ ਸੀ ਦੁਨੀਆ ਭਰ ਦੇ ਵਿੱਚ ਪੰਜਾਬੀਆਂ ਨੇ, ਤੇ ਉਹ ਜਦੋਂ ਛੰਭੂ ਬਾਰਡਰ ਟੱਪੇ ਤੇ ਉਹਨਾਂ ਦੇ ਪਰਨੇ ਬਦਲ ਗਏ, ਉਹਨਾਂ ਦੇ ਘਰਾਂ ਦੇ ਵਿੱਚ ਝੰਡੇ ਬਦਲ ਗਏ, ਪਤੰਗੀਆਂ ਬਦਲ ਗਈਆਂ ਤੇ ਉਹਨਾਂ ਦੇ ਪੱਗਾਂ ਦੇ ਰੰਗ ਬਦਲ ਗਏ। ਤੇ ਅੱਜ ਮੇਰੇ ਨਾਲ ਇਸ ਵੇਲੇ ਚਰਚਾ ਕਰਨ ਦੇ ਲਈ ਖਾਸ ਕਰਕੇ ਇਕਬਾਲ ਸਿੰਘ ਬੈਂਸ ਜੀ ਇਸ ਵੇਲੇ ਉਹ ਪ੍ਰਚਾਰ ਕਰ ਰਹੇ ਨੇ। ਸੰਯੁਕਤ ਸਮਾਜ ਮੋਰਚਾ ਦੇ ਜਿਹੜੇ ਉਮੀਦਵਾਰ ਨੇ ਵਿਧਾਨ ਸਭਾ ਹਲਕਾ ਫਿਲੌਰ ਤੋਂ ਅਜੇ ਫਲੌਰ ਜੀ। ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਜੀ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁੜਾ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ। ਬੈਂਸ ਸਾਹਿਬ ਜੀ, ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਜਿਹੜਾ ਪ੍ਰਚਾਰ ਸਾਲ ਸਵਾ ਸਾਲ ਦਿੱਲੀ ਬਾਰਡਰ ਦੇ ਉੱਤੇ ਚੱਲਿਆ ਖੁੰਡਾ ਪੈ ਗਿਆ ਜਦੋਂ ਉਹ ਉੱਥੋਂ ਚੱਲੇ ਨੇ। ਬੜੇ ਲੋਕਾਂ ਨੇ ਸਵਾਗਤ ਕੀਤਾ ਕਿ ਇਹ ਉੱਥੋਂ ਚੱਲੇ ਹੋਏ ਆਗੂ ਸਹਿਬਾਨ ਪੰਜਾਬ ਦੀ ਵੀ ਹੁਣ ਨੁਹਾਰ ਬਦਲਣਗੇ, ਕਿਉਂਕਿ ਉੱਥੋਂ ਫਤਿਹ ਹਾਸਲ ਕਰਕੇ ਆਏ ਸੀ। ਪਰ ਹੁਣ ਫਿਰ ਬਹੁਤੇ ਲੀਡਰ ਜਿਹੜੇ ਨੇ, ਸਾਰੇ ਨਹੀਂ, ਬਹੁਤੇ ਲੀਡਰ ਇਦਾਂ ਦੇ ਨੇ, ਉਹਨਾਂ ਦੇ ਘਰਾਂ ਦੇ ਉੱਤੇ ਪਤੰਗੀਆਂ ਬਦਲ ਗਈਆਂ, ਝੰਡੀਆਂ ਬਦਲ ਗਈਆਂ, ਪੱਗਾਂ ਦੇ ਰੰਗ ਬਦਲ ਗਏ, ਪਰਨਿਆਂ ਦੇ ਹਰੇ ਦੀ ਜਗ੍ਹਾ ਉਹਨਾਂ ਦੇ ਉਹ ਪਾਰਟੀ ਵਾਲੇ ਰੀਬਨ ਪੈ ਗਏ, ਚੋਣ ਨਿਸ਼ਾਨ ਵਾਲੇ ਪੈ ਗਏ। ਤੇ ਕੀ ਕਹਿਣਾ ਚਾਹੋਗੇ ਇਹਦੇ ਲਈ? ਇਹਦੇ ਲਈ ਸਭ ਤੋਂ ਵੱਡੀ ਤਾਂ ਕਮੀ ਸਾਡੀ ਇਹ ਰਹਿ ਗਈ ਕਿ ਸਾਡੇ ਲੋਕਾਂ ਦੀ ਅਸਲ ਜਿਹੜੀ ਜ਼ਮੀਰ ਹੈ ਉਹ ਗੁਲਾਮ ਹੋਈ ਹੈ। ਉਹ ਪਿੰਡਾਂ ਦੇ ਵਿੱਚ ਇਸ ਗੱਲਾਂ ਤੋਂ ਡਰਦੇ ਸਾਤੇ ਝੂਠੇ ਪਰਚੇ ਪੈਣਗੇ, ਜੇ ਹੋਊਗਾ ਉਹਨਾਂ ਨੂੰ ਡਰਾਇਆ ਵੀ ਜਾਂਦਾ। ਈਵਨ ਮੈਨੂੰ ਵੀ ਕਈ ਫੋਨ ਇਦਾਂ ਦੇ ਆਏ ਨੇ ਵੀ ਤੁਸੀਂ ਅਜੇ ਪ੍ਰਚਾਰ ਲਈ ਕਿਉਂ ਤੁਰੇ ਹੋ, ਤੁਸੀਂ ਘਰੇ ਬੈਠੋ, ਤੁਸੀਂ ਕਾਹਨੂੰ ਬੈਰ ਪਾਉਂਦੇ ਹੋ। ਇਹ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਡਰਾਉਂਦੀਆਂ। ਦੂਜੀ ਗੱਲ ਰਹੀ ਉੱਥੋਂ ਆ ਕੇ ਇੱਥੇ ਆ ਕੇ ਬਦਲਣ ਦਾ। ਧਿਆਨ ਸਿੰਘ ਡੋਗਰਾ, ਗੁਲਾਬ ਚੰਦ ਡੋਗਰਾ, ਦੋ ਜਾਣੇ ਸ਼ੇਰੇ ਪੰਜਾਬ ਦਾ ਰਾਜ ਖਤਮ ਕਰ ਗਏ। ਇੱਥੇ ਤੇ ਹਜ਼ਾਰਾਂ ਡੋਗਰੇ ਨੇ। ਹਜ਼ਾਰਾਂ ਡੋਗਰੇ, ਇੱਕ ਨਹੀਂ ਹਜ਼ਾਰਾਂ ਡੋਗਰੇ।
ਬਾਦਲ, ਕੈਪਟਨ, ਢੀਂਡਸਾ, ਬ੍ਰਹਮਪੁਰਾ, ਪਤਾ ਨਹੀਂ ਕਿੰਨੇ ਕਿੰਨੇ, ਆ ਮਾਇਆਵਤੀ ਜੀ ਵੱਲ ਵੇਖ ਲਓ। ਇੱਥੇ ਸਾਨੂੰ ਕਹਿੰਦੀ ਅਸੀਂ ਕਿਸਾਨਾਂ ਦੇ ਹਮਾਇਤੀ ਆ, ਅਸੀਂ ਬਾਦਲ ਸਰਕਾਰ ਨਾਲ ਰਲ ਕੇ ਚੋਣਾਂ ਲੜ ਰਹੇ ਆ, ਤੇ ਕੱਲ ਨਵੇਂ ਸ਼ਹਿਰ ਰੈਲੀ ਵੀ ਕਰਕੇ ਗਿਆ ਤੇ ਯੂਪੀ 'ਚ ਜਾ ਕੇ ਬੀਜੇਪੀ ਨੂੰ ਸਮਰਥਨ ਦੇ ਦਿੱਤਾ। ਇਹਨਾਂ ਲੋਕਾਂ ਦਾ ਜ਼ਮੀਰ ਨਹੀਂ ਆ, ਵਿਕੇ ਹੋਏ ਲੋਕ ਨੇ ਇਹ। ਫਿਰ ਜਿਵੇਂ ਕਿ ਇੱਕ ਗਿਰਗਟ ਰੰਗ ਬਦਲਦੀ ਹੈ, ਇਹ ਉਸ ਤਰ੍ਹਾਂ ਬਦਲ ਲਿਆ ਕਰਦੇ ਨੇ। ਹੁਣ ਧਰਨੇ ਵਿੱਚ ਇਹਨਾਂ ਨੂੰ ਪਤਾ ਸੀ ਵੀ ਲੋਕਾਂ ਦਾ ਜਿਹੜਾ ਜ਼ੋਰ ਆ ਉਹਦੇ ਅੱਗੇ ਝੁਕਣਾ ਪਿਆ। ਲੋਕ ਪਿੰਡਾਂ 'ਚ ਇਹਨਾਂ ਨੂੰ ਬੇਸ਼ਰਮ ਕਰਦੇ ਸੀ, ਕਹਿੰਦੇ ਸੀ ਮੂੰਹ ਤੇ ਇਹਨਾਂ ਨੂੰ ਝੂਠੇ ਕਰਦੇ ਸੀ ਵੀ ਸਾਡੇ ਲੋਕ ਧਰਨੇ 'ਚ ਬੈਠੇ ਤੇ ਤੁਸੀਂ ਇੱਥੇ ਪਾਰਟੀਆਂ ਦੇ ਮਗਰ ਤੁਰੇ ਫਿਰਦੇ ਆ। ਇਹਨਾਂ ਨੂੰ ਮਜਬੂਰੀ ਬਸ ਜਾਣਾ ਪਿਆ, ਉੱਥੇ ਗਏ, ਸਾਡੇ ਨਾਲ ਕੰਮ ਵੀ ਕੀਤਾ, ਵਾਪਸ ਆ ਕੇ ਇਹਨਾਂ ਨੇ ਉਹੀ ਚੋਗਾ ਫੇਰ ਲਾ ਦਿੱਤਾ, ਉਹੀ ਪਾਰਟੀਆਂ ਵਾਲਾ ਚੋਗਾ ਫੇਰ ਪਾ ਲਿਆ। ਹੁਣ ਇਹ ਗੁਲਾਮ ਬਣ ਚੁੱਕੇ ਆ ਦੁਬਾਰਾ। ਇਹਨਾਂ ਦਾ ਗੁਲਾਮਾਂ ਦਾ ਕੋਈ ਜ਼ਮੀਰ ਨਹੀਂ ਹੁੰਦਾ। ਖਾਲਸਾ ਜੀ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਮਹਾਨ ਗੁਰਪੁਰਬ ਬਿਲਕੁਲ ਨੇੜੇ ਨੇ, ਚੋਣਾਂ ਦੇ ਨੇੜੇ ਨੇ। ਉਹਨਾਂ ਦੇ ਬੇਗਮਪੁਰੇ ਦੀ ਗੱਲ ਕੀਤੀ ਆ, ਉਹਨਾਂ ਨੇ ਬਰਾਬਰਤਾ ਵਾਲੇ ਰਾਜ ਦੀ ਗੱਲ ਕੀਤੀ ਆ, ਮੱਖੀਆਂ ਦੀ ਤਰ੍ਹਾਂ ਇਕੱਠੇ ਹੋਣ ਦੀ ਗੱਲ ਕੀਤੀ ਹੈ। ਪਰ ਖਾਲਸਾ ਜੀ ਕੀ ਕਹਿਣਾ ਚਾਹੋਗੇ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਮਹਾਨ ਪੁਰਬ ਹੈ, ਬਾਬੇ ਨਾਨਕ ਦਾ ਗੁਰਪੁਰਬ ਲੰਘ ਕੇ ਗਿਆ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਹਾਨ ਪੁਰਬ ਲੰਘ ਕੇ ਗਿਆ। ਉਹਨਾਂ ਦਾ ਸੰਕਲਪ ਇਹ ਲੋਕ ਫਿਰ ਕਦੋਂ ਪੂਰਾ ਕਰਨਗੇ ਜੇ ਇਹ ਰਾਜ ਨਹੀਂ ਬਦਲ ਸਕਦੇ? ਦੇਖੋ ਜੀ, ਇਹਨਾਂ ਨੇ ਤੇ ਉਹ ਵੀ ਨਹੀਂ ਛੱਡੇ ਜਿਨ੍ਹਾਂ ਨੇ ਸਾਨੂੰ ਜਿਉਣ ਦਾ ਢੰਗ ਲੈ ਕੇ ਦਿੱਤਾ, ਸਾਨੂੰ ਹੱਕ ਲੈ ਕੇ ਦਿੱਤਾ। ਗੁਰੂ ਨਾਨਕ ਸਾਹਿਬ ਦੀ ਗੱਲ ਕਰਦੇ ਆ ਤੇ ਦਰਬਾਰ ਸਾਹਿਬ ਢਾਉਣ ਲੱਗਿਆ ਉਹਨਾਂ ਨੇ ਮਿੰਟ ਲਾਇਆ, ਢਾਤਾ, ਕਿਉਂਕਿ ਰਾਜਨੀਤਿਕ ਲੋਕਾਂ ਦੇ ਧਾਰਮਿਕ ਵਿਸ਼ਾ ਨਹੀਂ ਹੁੰਦਾ। ਜੇ ਗੱਲ ਕਰੀਏ ਰਵਿਦਾਸ ਮਹਾਰਾਜ ਜੀ ਦੀ ਤਾਂ ਉਹਨਾਂ ਨੇ ਦਿੱਲੀ ਵਿੱਚ ਅਸਥਾਨ ਢਾਉਣ ਲੱਗਿਆ ਨੇ ਮਿੰਟ ਲਾਇਆ, ਲਾਤਾ। ਇਹੀ ਇੱਕ ਚੀਜ਼ ਅਸੀਂ ਸੋਚਣੀ ਆ ਵੀ ਜਿਹੜਾ ਸਾਨੂੰ ਉਹਨੀ ਨਾਰਾ ਲਾਇਆ ਸੀ, ਸਾਧ ਸੰਗਤ ਮਿਲ ਰਹੀਏ ਮਾਧੋ ਜੈਸੇ ਮਧਮ ਮਖੀਰਾ। ਉਹਨਾਂ ਨੇ ਕੀ ਕਿਹਾ? ਗਰੀਬ ਨਵਾਜ ਗਸਈਆ ਮੇਰਾ ਮਾਥੇ ਛਤਰ ਧਰੇ। ਉਹਨਾਂ ਨੇ ਸਾਨੂੰ ਰਾਹ ਦੱਸਿਆ ਇੱਕ ਵੀ ਤੁਹਾਨੂੰ ਗਰੀਬਾਂ ਨੂੰ ਨਵਾਜਣਾ ਕਿਹਨੇ ਆ। ਅਸੀਂ ਉਹ ਪੱਖ ਛੱਡ ਦਿੱਤਾ, ਕ੍ਰਾਂਤੀਕਾਰੀ ਦਾ ਪੱਖ ਛੱਡ ਦਿੱਤਾ, ਅਸੀਂ ਵੋਟਾਂ ਵਾਲਿਆਂ ਦੇ ਮਗਰ ਤੁਰ ਪਏ। ਇਸ ਕਰਕੇ ਉਹਨਾਂ ਲੋਕਾਂ ਨੇ ਸਾਡਾ ਸ਼ੋਸ਼ਣ ਕੀਤਾ, ਸਾਨੂੰ ਉਹਨਾਂ ਲੋਕਾਂ ਨੇ ਕੈਸ਼ ਵੀ ਕੀਤਾ। ਮੈਂ ਕੈਸ਼ ਕਹਿ ਸਕਦਾ ਕਿ ਅੱਜ ਉਹ ਆਪ ਸੱਤਾ 'ਚ ਬੈਠੇ ਆਨੰਦ ਮਾਣਦੇ ਨੇ ਤੇ ਸਾਡੇ ਬੱਚਿਆਂ ਦੇ ਸਕੂਲ ਵੀ ਬੰਦ ਨੇ। ਅੱਜ ਜਦੋਂ ਅਸੀਂ ਪਿੰਡਾਂ ਦੇ ਵਿੱਚ ਦੇਖਦੇ ਹਾਂ ਜਿਹੜੇ ਪੋਸਟਰ ਲੱਗੇ ਹੋਏ ਨੇ, ਝੰਡੇ, ਜਿਹੜਾ ਇਹਨਾਂ ਦੇ ਜਿਹੜੀ ਫਲੈਕਸਾਂ ਲੱਗੀਆਂ ਉਹਦੇ ਉੱਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਹੈ, ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਦੀ ਫੋਟੋ ਆ, ਹੋਰ ਵੀ ਗੁਰੂ ਸਾਹਿਬਾਨਾਂ ਦੀਆਂ ਫੋਟੋ, ਪਰ ਉਹਨਾਂ ਦਾ ਜਿਹੜਾ ਸੰਕਲਪ ਹੈ ਉਹਦੇ ਤੇ ਰੱਤੀ ਭਰ ਵੀ ਉਹ ਵਿਚਾਰ ਨਹੀਂ ਕਰਦੇ ਜਾਂ ਉਹਨੂੰ ਪੂਰਾ ਕਰਨ ਦੇ ਲਈ ਉਪਰਾਲੇ, ਜਦ ਕਿ ਇਹਨਾਂ ਦੇ ਹੱਥ ਦੇ ਵਿੱਚ ਮੌਕਾ ਵੀ ਹੈ। ਤੇ ਹੁਣ ਗੁਰੂ ਰਵਿਦਾਸ ਮਹਾਰਾਜ ਜੀ ਦਾ ਮਹਾਨ ਪੁਰਬ ਵੀ ਹੈ, ਸ਼ਹੀਦ ਭਗਤ ਸਿੰਘ ਦਾ ਵੀ ਅਗਲੇ ਮਹੀਨੇ ਸ਼ਹੀਦੀ ਦਿਹਾੜਾ ਹੈ ਤੇ ਉਹਨਾਂ ਦੇ ਮਨਾਉਂਦੇ ਵੀ ਸਾਰੇ ਆ। ਉਹ ਖਟਕੜ ਕਲਾਂ ਜਾ ਕੇ ਸ਼ਹੀਦ ਭਗਤ ਸਿੰਘ ਦੇ ਸਟੈਚੂ ਤੇ ਉਹਦੇ ਨਾਰੇ ਵੀ ਲਾਉਂਦੇ ਨੇ, ਮੱਥੇ ਨੂੰ ਮਿੱਟੀ ਵੀ ਲਾਉਂਦੇ ਨੇ। ਪਰ ਇੱਥੇ ਜਿਹੜੀ ਗੱਲ ਸ਼ਹੀਦ ਭਗਤ ਸਿੰਘ ਕਹਿੰਦੇ ਸੀ ਕਿ ਮਨੁੱਖ ਹੱਥੋਂ ਲੁੱਟ ਮਨੁੱਖ ਦੀ ਨਹੀਂ ਹੋਣੀ ਚਾਹੀਦੀ, ਪਰ ਉਹਦੇ ਤੇ ਕੋਈ ਪੈਰਾ ਦੇ ਕੇ ਰਾਜੀ ਨਹੀਂ। ਲੋਕਾਂ ਨੂੰ ਕੀ ਕਰਨਾ ਚਾਹੀਦਾ? ਲੋਕ ਵੱਡੇ ਹੁੰਦੇ ਨੇ ਲੋਕਤੰਤਰ ਦੇ ਵਿੱਚ, ਲੋਕਤੰਤਰ ਦੇ ਹੁਣ ਬਿਲਕੁਲ ਉਹ ਮਾਹੌਲ ਮੌਕਾ ਹੈ, ਦਿਨ 10 ਬਾਕੀ ਨੇ, ਕੁਝ ਵੀ ਲੋਕ ਬਦਲ ਸਕਦੇ ਨੇ। ਕੀ ਕਹਿਣਾ ਚਾਹੋਗੇ? ਮੈਂ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦੀ ਇੱਕ ਗੱਲ ਕਰ ਦਿੰਦਾ, ਤੁਹਾਡੀਆਂ ਸਾਰੀਆਂ ਗੱਲਾਂ ਦਾ ਉਹਦੇ ਵਿੱਚ ਜਵਾਬ ਆ ਜਾਣਾ। ਇੱਕ ਪਾਸੇ ਮਲਕ ਭਾਗੋ ਹੈ, ਇੱਕ ਪਾਸੇ ਲਾਲੋ ਹੈ। ਤੇ ਮੇਰਾ ਗੁਰੂ ਵੀ ਕਹਿੰਦਾ, ਮੈਂ ਪਹਿਲਾਂ ਬਾਣੀ ਦੀ ਗੱਲ ਸਾਂਝੀ ਕਰ ਦਿੱਤੀ ਆ, ਗਰੀਬ ਨਵਾਜ ਗੁਸਈਆਂ, ਉਹ ਗਰੀਬਾਂ ਨੂੰ ਨਵਾਜਦਾ। ਹੁਣ ਆਪਾਂ ਗਰੀਬਾਂ ਨੇ, ਨਤਾਣਿਆਂ ਨੇ, ਨਿਮਾਣਿਆਂ ਨੇ ਇਕੱਤਰ ਹੋਣਾ, ਇਕੱਤਰ ਹੋ ਕੇ ਨਾ ਲਾਲੂਆਂ ਦੀ ਭਾਜ ਲਵਾਉਣੀ ਹੈ। ਇਹੀ ਸੰਦੇਸ਼ ਸਾਡੇ ਗੁਰੂ ਦਾ। ਬਾਬਾ ਸਾਹਿਬ ਦੇ ਪੋਸਟਰ ਲਾਏ ਤੇ ਵੋਟਾਂ ਕੱਟ ਰਹੇ ਨੇ। ਵੋਟ ਦਾ ਹੱਕ ਉਹਨਾਂ ਨੇ ਲੈ ਕੇ ਦਿੱਤਾ ਨਾ। ਪਿੰਡਾਂ ਦੇ ਚੌਧਰੀ ਪਿੰਡਾਂ 'ਚ ਜਾ ਕੇ ਉਹ ਵੋਟਾਂ ਘਟਾਉਂਦੇ ਨੇ ਜਿਹੜੀਆਂ ਉਹਨਾਂ ਦੇ ਵਿਰੋਧ 'ਚ ਭੁਗਤਣੀਆਂ। ਉਹ ਵੋਟ ਦਾ ਹੱਕ ਸਾਡਾ ਖੋ ਰਹੇ ਨੇ। ਵਿੱਦਿਆ ਦਾ ਹੱਕ ਸਾਨੂੰ ਬਾਬਾ ਸਾਹਿਬ ਨੇ ਲੈ ਕੇ ਦਿੱਤਾ। ਸਕੂਲ ਬੰਦ, ਪਰਸੋਂ ਧਰਨਾ ਲਾ ਕੇ ਰੋਡ ਸਕੂਲ ਖਲਾਏ ਨੇ। ਇਹ ਲੋਕ ਸਾਡੇ ਸਕੇ ਨਹੀਂ ਹੋ ਸਕਦੇ, ਇਹ ਰਵਾਇਤੀ ਪਾਰਟੀਆਂ ਵਾਲੇ ਨੇ। ਇਹਨਾਂ ਦਾ ਮਤਲਬ ਹੈ ਸਿਰਫ ਤੇ ਸਿਰਫ ਪੈਸਾ ਕਮਾਉਣਾ, ਪੈਸਾ ਕਮਾਉਣਾ। ਉਹ ਪੈਸਾ ਆਉਂਦੀਆਂ ਚੋਣਾਂ 'ਚ ਖਰਚ ਕੇ ਦੁਬਾਰਾ ਸੱਤਾ ਤੇ ਫਿਰ ਕਾਬਜ ਹੋਣਾ। ਉਹ ਇੱਥੋਂ ਤੱਕ ਹੀ ਸੀਮਿਤ ਨੇ। ਤੁਹਾਡੇ ਜਾਂ ਸਾਡੇ ਕੀ ਅਧਿਕਾਰ ਨੇ, ਇਹਨਾਂ ਅਧਿਕਾਰਾਂ ਨਾਲ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ। ਖਾਲਸਾ ਜੀ, ਇੱਕ ਆਖਰ ਤੇ ਸਵਾਲ ਇਹ ਹੈਗਾ ਕਿ ਜਿਸ ਵੇਲੇ ਬਾਬੇ ਨਾਨਕ ਨੇ ਲੜਾਈ ਲੜੀ ਆ, ਜਿਸ ਵੇਲੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਲੜਾਈ ਆ, ਜਿਸ ਵੇਲੇ ਸ਼ਹੀਦਾਂ ਨੇ ਲੜਾਈ ਆ, ਜਿਸ ਵੇਲੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲੜਾਈ ਲੜੀ ਆ, ਉਦੋਂ ਲੋਕਤੰਤਰ ਨਹੀਂ ਸੀ, ਲੋਕਾਂ ਦੁਆਰਾ ਸਰਕਾਰ ਨਹੀਂ ਸੀ ਬਣਾਈ ਜਾਂਦੀ, ਲੋਕਾਂ ਦੁਆਰਾ ਚੁਣੇ ਨਹੀਂ ਜਾਂਦੇ। ਅੱਜ ਤਾਂ ਲੋਕ ਚੁਣਦੇ ਆ, ਫਿਰ ਵੀ ਆਪਣੇ ਚੁਣੇ ਹੋਏ ਆਪਣੇ ਆਗੂ ਨੂੰ ਸਵਾਲ ਕਿਉਂ ਨਹੀਂ ਕਰਦੇ? ਇਹਨਾਂ ਦੀ ਮਾਂ ਸਕਦਾ ਕਿੱਥੇ ਕਰੇਗਾ? ਜਦ ਕਿ ਹੁਣ ਪੜ੍ਹੇ ਲਿਖੇ ਵੀ ਨੇ, ਪਹਿਲਾਂ ਨਾਲੋਂ ਗਿਆਨਵਾਨ ਵੀ ਨੇ, ਫਿਰ ਵੀ ਇਹ ਮਨੋਬਲ ਇਹਨਾਂ ਦਾ ਇੰਨਾ ਡਿੱਗਿਆ ਹੋਇਆ, ਡਾਊਨ ਹੈ, ਗਿਰਾਵਟ ਵੱਲ ਕਿਉਂ ਗਿਆ? ਇਹ ਆਪਣੇ ਬਣਾਏ ਹੋਏ ਲੀਡਰ ਨੂੰ ਸਵਾਲ ਵੀ ਕਰ ਸਕਦੇ। ਜੇ 5 ਸਾਲ ਉਹਨੂੰ ਪਰਖ ਵੀ ਲਿਆ, 5 ਸਾਲ ਬਾਅਦ ਆਏ ਨੂੰ ਸਵਾਲ। ਇੱਕ ਕਦੋਂ ਤੁਸੀਂ ਤਾਂ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਵੀ ਕਰਦੇ ਹੋ, ਉਹਦੇ ਨਾਲ ਹੌਸਲਾ ਵੱਧ ਜਾਣਾ ਚਾਹੀਦਾ ਸੀ ਲੋਕਾਂ ਦਾ। ਆਸ ਸੀ, ਅੰਦੋਲਨ ਦੇ ਵਿੱਚ ਵੀ ਪ੍ਰਚਾਰ ਹੋਇਆ, ਤੁਸੀਂ ਵੀ ਪ੍ਰਚਾਰ ਕੀਤਾ, ਬੁੱਧੀਜੀਵੀ ਵਰਗ ਨੇ ਵੀ ਪ੍ਰਚਾਰ ਕੀਤਾ, ਪਰ ਲੋਕ ਜਿਹੜੇ ਆ ਉਹ ਸਾਰਿਆਂ ਜਿਹੜੇ ਕਾਂਗਰਸੀ ਆਉਂਦੇ ਜਿੰਦਾਬਾਦ ਜਿੰਦਾਬਾਦ, ਅਕਾਲੀ ਆਉਂਦੇ ਜਿੰਦਾਬਾਦ, ਬਾਕੀ ਆਉਂਦੇ ਜਿੰਦਾਬਾਦ। ਲੋਕਾਂ ਦੀ ਜਿਹੜੀ ਜ਼ਮੀਰ ਹੈ ਉਹ ਕਿੱਥੇ ਖੜੀ ਹੈ? ਇਹ ਤਾਂ ਆਪਾਂ ਕਹਿ ਸਕਦੇ ਹਾਂ ਕਿ ਜ਼ਮੀਰ ਹੁਣ ਜਾਗੀ ਹੈ ਜੀ।
ਉਹ ਕਿੱਦਾਂ ਧਰਨਾ ਵੇਖ ਲਓ, ਮੋਦੀ ਨੇ ਜਿੰਨੇ ਵੀ ਕਾਨੂੰਨ ਲਿਆਂਦੇ ਕੋਈ ਵਾਪਸ ਲਿਆ ਮੁੜ ਕੇ? ਅਸੀਂ ਖੇਤੀ ਦੇ ਕਾਨੂੰਨ ਵਾਪਸ ਕਰਵਾਏ ਉਹਦੇ ਤੋਂ, ਕਰਵਾ ਕੇ ਉਹਦੇ ਮੂੰਹੋਂ ਗਲਤੀ ਮਨਾ ਕੇ ਫਿਰ ਪੰਜਾਬ ਆਏ ਆ। ਠੀਕ ਆ, ਕੁਛ ਵਾਅਦਿਆਂ ਤੋਂ ਮੁੱਕਰਿਆ, ਆਜੂਗਾ ਟਿਕਾਣੇ ਤੇ ਲੈ ਆਵਾਂਗੇ, ਸਾਡੇ ਕੋਲ ਤਰੀਕਾ ਹੈਗਾ। ਬਾਕੀ ਰਹੀ ਗੱਲ ਤੁਸੀਂ ਲੋਕਾਂ ਦੇ ਜਾਗਣ ਦੀ, ਮੈਂ ਕਈ ਪਿੰਡਾਂ ਦੀਆਂ ਖਬਰਾਂ ਪੜ੍ਹੀਆਂ। ਮੈਂ ਕੱਲ ਇੱਕ ਪਿੰਡ ਵਿੱਚ ਜਾ ਕੇ ਵੀ ਆਇਆ, ਸੁਲਤਾਨਪੁਰ ਆ ਸਾਡੇ ਇਲਾਕੇ ਦੇ ਐਮਐਲਏ ਦੀ ਉੱਥੇ ਇੱਕ ਵਕੀਲ ਕੁੜੀ ਨੇ ਭਾਜ ਲਵਾਈ ਆ, ਉਹਦੇ ਤੋਂ ਵੋਟ ਨਹੀਂ ਮੰਗ ਹੋਈ ਪਿੰਡ ਚੋਂ। ਸਾਡੀਆਂ ਉਹ ਮਿਹਨਤਾਂ ਕਰਦੇ ਨੇ ਵੀ ਕਿਸਾਨ ਮੋਰਚੇ ਦੇ ਲੀਡਰ ਨੂੰ ਪਿੰਡ ਲੈ ਕੇ ਆਓ। ਇਹ ਜਾਗ੍ਰਿਤੀ ਹੈ ਨਿਰਮਲ ਗੁੜਾ ਜੀ, ਇਹ ਜਾਗ੍ਰਿਤੀ ਹੈ। ਲੋਕ ਸਵਾਲ ਪੁੱਛਦੇ ਨੇ, ਹੁਣ ਇਹ ਜਵਾਬ ਦੇਣ ਤੋਂ ਭੱਜਦੇ ਨੇ, ਕਿਉਂਕਿ ਪਿਛਲੇ ਵਾਅਦੇ ਕੀਤੇ ਹੋਏ ਨੇ ਘਰ ਘਰ ਨੌਕਰੀ ਦਾ। ਕਹਿੰਦੇ 36000 ਨੌਕਰੀ ਦਿੱਤੀ ਆ, 36000 ਨੌਕਰੀ ਦਿੱਤੀ ਤਾਂ ਪੰਜਾਬ ਦੇ, ਜੇ ਆਪਾਂ ਮੰਨ ਲਈਏ 36000 ਨੂੰ ਆਪਾਂ 3 ਤੇ ਵੀ ਲਾਈਏ, ਗੁਣਾ ਆਪਣੇ ਪਿੰਡਾਂ ਦੇ ਹਿਸਾਬ ਨਾਲ ਕਰੀਏ, ਉਹਦੀ ਤਕਸੀਮ ਕਰੀਏ ਤਾਂ 3 ਨੌਕਰੀਆਂ ਪਿੰਡ ਦੀਆਂ ਬਣਦੀਆਂ ਨੇ। ਆਪਣੇ ਪਿੰਡ 'ਚ ਪੁੱਛ ਕੇ ਦੇਖੋ ਤਾਂ ਕਿੰਨਿਆਂ ਨੂੰ ਮਿਲੀ ਆ ਨੌਕਰੀ। ਚਿੱਟੇ ਦੀ ਗੱਲ ਕੀਤੀ ਸੀ, ਚਿੱਟਾ ਅੱਜ ਵੀ ਵਿਕਦਾ, ਉਦਾਂ ਹੀ ਵਿਕਦਾ। ਮੇਰੇ ਇਲਾਕੇ 'ਚ ਵੱਡੇ ਵੱਡੇ ਲੀਡਰ ਨੇ, ਖਹਿਰਾ ਵਰਗੇ, ਚੌਧਰੀ ਵਰਗੇ, ਇਹਨਾਂ ਦੀ ਹੋਂਦ ਦੇ ਵਿੱਚ ਚਿੱਟਾ ਵਿਕਦਾ। ਇਹਨਾਂ ਨੂੰ ਖਬਰਾਂ ਦੇ ਚੁੱਕੇ ਆ, ਤਾਂ ਨਹੀਂ ਫੜੇ ਜਾਂਦੇ ਬੰਦੇ, ਚਿੱਟਾ ਵਿਕਦਾ। ਰੇਤੇ ਦੀ ਗੱਲ ਕਰੀਏ, ਜਿਹੜਾ ਰੇਤਾ ਅੱਜ ਸਾਡੇ ਇਹ ਲੀਡਰ ਨਹੀਂ ਰਕਾ ਸਕੇ, ਉਹ ਕਿਸਾਨਾਂ ਨੇ ਬੰਦ ਕਰਵਾਤਾ। ਇਹ ਚੀਜ਼ਾਂ ਜਾਗ੍ਰਿਤੀ ਹੈ, ਕਿਉਂਕਿ ਲੋਕਾਂ ਨੂੰ ਪਤਾ ਹੈ ਸਾਰਾ ਕੁਝ। ਲੋਕ ਹੁਣ ਬਦਲਾਅ ਚਾਹੁੰਦੇ ਨੇ ਔਰ ਬਦਲਾਅ ਆਊਗਾ। ਹਾਂ, ਸੰਯੁਕਤ ਕਿਸਾਨ ਮੋਰਚੇ ਦੇ ਖਿਲਾਫ ਲੋਕਾਂ ਨੂੰ ਭੜਕਾਇਆ ਗਿਆ। ਦੇਖੋ ਜੀ, ਇਹ ਤੇ 2 ਫਾੜ ਹੋ ਗਏ, ਇਹਨਾਂ ਦੇ ਤਾਂ ਲੀਡਰ ਅੱਧੇ ਨਾਲ ਨਹੀਂ ਚੱਲ ਰਹੇ। ਉੱਥੇ ਉਹ ਲੋਕ ਝੂਠੇ ਨੇ, ਕਿਉਂਕਿ ਜਿਹੜੀਆਂ 6-7 ਪਾਰਟੀਆਂ ਦਾ ਜ਼ਿਕਰ ਕੀਤਾ ਗਿਆ ਵੀ ਉਹ ਚੋਣਾਂ ਨਹੀਂ ਲੜ ਰਹੀਆਂ, ਉਹਨਾਂ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਚੋਣਾਂ ਪਹਿਲਾਂ ਵੀ ਨਹੀਂ ਲੜਦੀਆਂ। ਜਿਹੜੀਆਂ 23 ਜਥੇਬੰਦੀਆਂ ਆ ਚੋਣਾਂ ਲੜਨ ਨੂੰ ਤਿਆਰ ਹੋਈਆਂ, ਇਹ ਉਹੀ ਆ ਜਿਹੜੀਆਂ ਪਹਿਲਾਂ ਵੀ ਚੋਣਾਂ 'ਚ ਪਾਰਟੀਆਂ ਦੇ ਮਗਰ ਹਿੱਸਾ ਲੈਂਦੀਆਂ ਸੀ। ਅੱਜ ਉਹਨਾਂ ਨੇ ਆਪਣੇ ਲਈ ਸਟੈਂਡ ਖੜਾ ਕਰ ਲਿਆ। ਅੱਜ ਉਹ ਮਾੜੇ ਹੋ ਗਏ, ਜਦੋਂ ਇਹਨਾਂ ਨੂੰ ਵੋਟਾਂ ਪਾਉਂਦੇ ਸੀ ਉਦੋਂ ਉਹ ਚੰਗੇ ਸੀ। ਅੱਜ ਵੀ ਕਈ ਹੈਗੇ ਨੇ, ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਵੀ ਦਿੱਲੀ ਤੋਂ ਆ ਕੇ ਉਹਨਾਂ ਦੇ ਪਰਨੇ ਬਦਲ ਗਏ, ਉਹਨਾਂ ਦੀਆਂ ਟੋਪੀਆਂ ਬਦਲ ਗਈਆਂ, ਉਹਨਾਂ ਦੇ ਗਲਿਆਂ ਦੇ ਮਫਰਲ ਬਦਲ ਗਏ। ਉਹ ਅੱਜ ਵੀ ਚੌਧਰੀਆਂ ਦੇ, ਅਕਾਲੀਆਂ ਦੇ, ਇਹਨਾਂ ਲੋਕਾਂ ਦੇ ਦਰਵਾਜ਼ੇ ਦੇ ਕੁੱਤੇ ਬਣ ਕੇ ਉਹਨਾਂ ਦੇ ਮਗਰ ਤੁਰੇ ਫਿਰਦੇ ਨੇ। ਪਤਾ ਉਦੋਂ ਲੱਗਣਾ ਜਦੋਂ ਇਹਨਾਂ ਦੇ ਘਰ 'ਚ ਆਪ ਅੱਗ ਲੱਗਣੀ ਹੈ, ਫਿਰ ਇਹ ਉਹਨਾਂ ਤੋਂ ਭੱਜਣਗੇ। ਆਖਰ ਤੇ ਵੋਟਰਾਂ ਨੂੰ ਅਪੀਲ ਕੀ ਕਰਨਾ ਚਾਹੋਗੇ, ਕਿਉਂਕਿ ਤੁਸੀਂ ਅੱਜ ਸੰਯੁਕਤ ਸਮਾਜ ਮੋਰਚੇ ਦਾ ਜਿਹੜਾ ਉਮੀਦਵਾਰ ਅਜੇ ਫਲੋਰ, ਉਹਦੇ ਹੱਕ ਦੇ ਵਿੱਚ ਵੋਟਾਂ ਲਈ ਅਪੀਲ ਕਰਨ ਆਏ? ਅਜੇ ਫਲੋਰ 20-22 ਉਮੀਦਵਾਰਾਂ 'ਚੋਂ ਚੁਣਿਆ ਗਿਆ ਇੱਕ ਬਹੁਤ ਵਧੀਆ ਸੂਝਵਾਨ ਨੁਮਾਇੰਦਾ ਹੈ, ਕਿਉਂਕਿ ਬਹੁਤੇ ਲੋਕ ਸਾਡੇ ਉਹ ਇਲਾਕੇ ਦਾ ਹੋਣ ਕਰਕੇ ਬਹੁਤੇ ਲੋਕ ਉਹਨੂੰ ਜਾਣਦੇ ਸੀ ਕਿ ਉਹਦੇ ਬਾਪ ਨੇ ਬੜੀ ਮਿਹਨਤ ਦੇ ਨਾਲ ਉਹਨੂੰ ਪੜ੍ਹਾਇਆ, ਉਹਨੂੰ ਵਕੀਲ ਬਣਾਇਆ। ਉਹ ਸੋਚ ਰੱਖਦਾ ਵੀ ਆਮ ਲੋਕਾਂ ਦੇ ਘਰਾਂ ਦੇ ਬੱਚੇ ਜਿਹੜੇ ਪੜ੍ਹ ਲਿਖ ਕੇ ਕਿਸੇ ਨਾ ਕਿਸੇ ਕੈਟਾਗਰੀ ਵਿੱਚ ਸ਼ਾਮਲ ਹੋ ਜਾਣ। ਦੂਜਾ, ਉਹਨਾਂ ਨੇ ਇੱਕ ਜਿਹੜੀ ਵਧੀਆ ਸੋਚ ਅਪਣਾਈ ਆ, ਉਹਨੇ ਫਰੀ ਦਾ ਲਾਰਾ ਨਹੀਂ ਲਾਇਆ ਕਿਸੇ ਨੂੰ ਵੀ ਅਸੀਂ ਤੁਹਾਨੂੰ 2000 ਦੇਵਾਂਗੇ, ਬਿਜਲੀ ਮਾਫ ਕਰਾਂਗੇ, ਅਸੀਂ ਕਣਕ ਆਟਾ ਦੇਵਾਂਗੇ। ਨਹੀਂ, ਉਹ ਕਹਿੰਦੇ ਅਸੀਂ ਰੁਜ਼ਗਾਰ ਦੇ ਲਈ ਸਾਧਨ ਜੁਟਾਵਾਂਗੇ। ਹੁਣ ਇੱਥੇ ਇੱਕ ਸਵਾਲ ਖੜਦਾ ਵੀ ਰੁਜ਼ਗਾਰ ਦੇ ਸਾਧਨ ਕਿੱਦਾਂ ਜੁਟਾਏ ਜਾਣਗੇ? ਸਰਕਾਰ ਦਾ ਤਾਂ ਖਜ਼ਾਨਾ ਖਾਲੀ ਆ, ਪਰ ਅਸੀਂ ਤਾਂ ਟੈਕਸ ਭਰਦੇ, ਖਜ਼ਾਨਾ ਕਿਉਂ ਖਾਲੀ ਹੈ? ਉਹ ਵੀ ਜ਼ਿਕਰ ਹੋਇਆ, ਸਟੇਜ ਤੋਂ ਵੀ ਹੋਇਆ। 8-8, 10-10 ਪੈਨਸ਼ਨਾਂ, 2.5-2.5, 300 ਬੰਦਾ ਮੁਲਾਜ਼ਮ, ਇਹਨਾਂ ਦੀ ਸੁਰੱਖਿਆ ਵਿੱਚ 20-20, 25-25 ਗੱਡੀਆਂ। ਇਹਨਾਂ ਦੀਆਂ ਚੰਡੀਗੜ੍ਹ ਦੇ ਵਿੱਚ 8-8, 7-7, 8-8 ਕੋਟੀਆਂ ਜਿਹੜੀਆਂ 7-7 ਕਰੋੜ ਦੀਆਂ, 10-10 ਕਰੋੜ ਦੀਆਂ, ਉਹ ਕਿੱਥੋਂ ਆਈਆਂ? ਇਹ ਅੱਪ ਕਿਵੇਂ ਹੋਏ? ਉਹ ਸਾਰਾ ਪੈਸਾ ਸਾਡੇ ਟੈਕਸ ਦਾ ਹੀ ਆ ਜਿਹੜਾ ਇਹਨਾਂ ਕੋਲੇ ਜਾਂਦਾ। ਅਸੀਂ ਚੋਰੀ ਹੋਇਆ ਟੈਕਸ ਇਹਨਾਂ ਤੋਂ ਵਾਪਸ ਕਢਾਵਾਂਗੇ। ਦੂਜੇ ਨੰਬਰ ਤੇ ਇੱਕ ਨੈਕਸਸ ਆ ਅਫਸਰਵਾਦ ਦਾ ਤੇ ਲੀਡਰਾਂ ਦਾ। ਉਹ ਅਫਸਰਵਾਦਾਂ ਨੂੰ ਆਪ ਲਾਉਂਦੇ ਨੇ ਲਿਆ ਕੇ ਨੌਕਰੀਆਂ ਤੇ। ਕੀ ਕਹਿੰਦੇ ਨੇ, ਇਸ ਸੀਟ ਤੇ ਬਹਿ ਜਾ, ਇੱਥੇ ਆਮਦਨ ਬੜੀ ਆ, 100 ਰੁਪਈਆ ਕਮਾਵੇਂਗਾ, 75 ਮੇਰੇ 25 ਤੇਰੇ। ਇਹ ਇੱਕ ਨੈਕਸਸ ਬਣਿਆ ਹੋਇਆ ਆ। ਅੱਜ ਕੋਈ ਵੀ ਦੇਖ ਲਓ, ਥਾਣੇ ਕਚਹਿਰੀ ਕਿਤੇ ਵੀ ਚਲ ਜਾਓ, ਪੈਸਿਆਂ ਤੋਂ ਬਿਨਾਂ ਤਾਂ ਕੋਈ ਕੰਮ ਨਹੀਂ ਹੁੰਦਾ। ਕੋਈ ਵੀ ਲੀਡਰ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾ, ਕੋਈ ਵੀ ਮੁਲਾਜ਼ਮ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾ। ਉਹ ਜਿਹੜਾ ਸਰਕਾਰ ਦੇ ਖਜ਼ਾਨੇ 'ਚ ਰੈਵਨਿਊ ਜਾਣਾ ਸੀ, ਉਹ 2 ਨੰਬਰ ਦਾ ਪੈਸਾ ਲੀਡਰਾਂ ਤੇ ਉਹਨਾਂ ਕਰਪਟ ਅਫਸਰਾਂ ਦੀ ਜੇਬ 'ਚ ਜਾ ਰਿਹਾ। ਸਾਰੇ ਕਰਪਟ ਨਹੀਂ ਹੈਗੇ ਅਫਸਰ, ਇੱਥੇ ਕਈ ਇਦਾਂ ਦੇ ਵੀ ਅਫਸਰ ਹੈਗੇ ਜਿਨ੍ਹਾਂ ਨੇ ਚੰਨੀ ਨੂੰ 99 ਵਿੱਚ ਫੜਿਆ ਸੀ, ਉਹਦੇ 5 ਟਿੱਪਰ ਰੇਤੇ ਦੇ ਫੜ ਕੇ ਉਹ ਥਾਣੇ ਖਰੜ ਦੇ ਵਿੱਚ ਖੜੇ ਕੀਤੇ ਸੀ। ਅੱਜ ਵੀ ਪ੍ਰਚਾਰ ਬਸ਼ੱਕ IT 'ਚ ਰਿਪੋਰਟ ਪਾ ਕੇ ਕਢਾ ਲਿਓ, ਤੁਹਾਨੂੰ ਪਤਾ ਲੱਗ ਜਾਊਗਾ ਇਹ ਲੋਕ ਕਿੰਨੇ ਕੁ ਗਰੀਬ ਨੇ, ਕਿੰਨੇ ਕੁ ਦਲਿਤ ਨੇ, ਇਹ ਸਾਰਾ ਪਤਾ। ਇਹ ਤੱਕ ਚਿਹਰਾ ਵਰਤਿਆ ਜਾਂਦਾ, ਚਿਹਰਾ ਵਰਤਿਆ। ਅਸੀਂ ਜਿਹੜੇ ਬੰਦੇ ਚੁਣੇ ਨੇ, ਉਹ ਚੁਣੇ ਉਹ ਨੇ, ਚਾਹੇ ਉਹ ਰਿਟਾਇਰ ਆਫੀਸਰ ਨੇ, ਚਾਹੇ ਉਹ ਸਾਡੇ ਇਹਨਾਂ ਦਿਹਾੜੀਦਾਰ ਮਜ਼ਦੂਰਾਂ ਦੇ ਬੱਚੇ ਨੇ, ਚਾਹੇ ਉਹ ਕਿਸਾਨਾਂ ਦੇ ਨੇ, ਚਾਹੇ ਉਹ ਵਕੀਲ ਨੇ, ਚਾਹੇ ਉਹ ਡਾਕਟਰ ਨੇ, ਚਾਹੇ ਉਹ ਆਰਮੀ ਆਫੀਸਰ ਨੇ। ਜਿਨ੍ਹਾਂ ਨੇ ਧਰਨੇ 'ਚ ਸਹਿਯੋਗ ਦਿੱਤਾ, ਜਿਹੜੀਆਂ ਐਸੋਸੀਏਸ਼ਨਾਂ ਨਾਲ ਜੁੜੀਆਂ ਸੀ, ਉਹਨਾਂ ਦੇ ਵਿੱਚੋਂ ਬੰਦੇ ਲੈ ਕੇ ਉਹ ਇਹਨਾਂ ਨੇ ਖੜੇ ਕੀਤੇ ਨੇ। ਮੁਬਾਰਕ ਹੈ ਸਾਡੇ ਇਲਾਕੇ ਨੂੰ, ਬਹੁਤ ਸੋਹਣਾ ਯੁਵਾ ਨੇਤਾ ਜਿਹੜਾ ਅਜੇ ਕੁਮਾਰ ਐਡਵੋਕੇਟ ਦੇ ਰੂਪ 'ਚ ਮਿਲਿਆ, ਚੰਗਾ ਸੋਹਣਾ। ਪਹਿਲਾਂ ਵੀ ਸਟੂਡੈਂਟਾਂ ਦੀਆਂ ਲੜਾਈਆਂ ਲੜਦਾ ਰਿਹਾ, ਉਹਦੇ ਲਈ ਅਸੀਂ ਪ੍ਰਚਾਰ ਇਸੇ ਕਰਕੇ ਕਰਨਾ ਸ਼ੁਰੂ ਕੀਤਾ ਕਿ ਅਸੀਂ ਜਿਹੜੀ ਦਿੱਲੀ ਵਿੱਚ ਜੰਗ ਜਿੱਤ ਆਏ ਹਾਂ, ਬਹੁਤ ਵੱਡੀ ਜੰਗ ਆ। ਵਰਲਡ ਦੇ ਵਿੱਚ ਪੰਜਾਬੀਆਂ ਦਾ ਨਾਂ ਰੌਸ਼ਨ ਹੋਇਆ ਵੀ ਆਪਣੇ ਕਰਪਟ ਰਾਜੇ ਨੂੰ ਇਹਨਾਂ ਲੋਕਾਂ ਨੇ ਹਰਾਇਆ। ਦੇਸ਼ਾਂ ਵਿਦੇਸ਼ਾਂ ਵਿੱਚ ਜੇ ਅਸੀਂ ਰੱਬ ਨਾ ਕਰੇ ਅੱਜ ਮੋਦੀ ਨਾ ਮੰਨਦਾ, ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਸਾਡੇ ਬੰਦੇ ਬੈਠੇ, ਉਹਨਾਂ ਨੇ ਕਹਿਣਾ ਤੁਸੀਂ ਆਪਣੇ ਰਾਜੇ ਨੂੰ ਬਦਨਾਮ ਕਰ ਰਹੇ ਹੋ। ਅੱਜ ਰਾਜਾ ਆਪ ਮੰਨ ਗਿਆ ਵੀ ਮੇਰੇ ਤੋਂ ਗਲਤੀ ਹੋ ਗਈ, ਉਹਨੇ ਮਾਫੀ ਮੰਗੀ ਹੈ। ਇਸ ਕਰਕੇ ਉਹਨਾਂ ਲੋਕਾਂ ਦਾ ਜਿਹੜਾ ਕੱਦ ਸੀ ਉਹ ਬਹੁਤ ਜ਼ਿਆਦਾ ਉੱਚਾ ਹੋਇਆ। ਅਸੀਂ ਉਹਨਾਂ ਦਾ ਵੀ ਮਾਣ ਵਧਾਇਆ, ਉਹਨਾਂ ਨੇ ਆਪਣਾ ਵੀ ਆਪ ਵਧਾਇਆ। ਉਹਨਾਂ ਨੇ ਇਸ ਧਰਨੇ ਵਿੱਚ ਅੱਡੀ ਚੋਟੀ ਦਾ ਜ਼ੋਰ ਲਾ ਕੇ ਮਦਦ ਵੀ ਕੀਤੀ, ਭਾਵੇਂ ਵਿਦੇਸ਼ਾਂ 'ਚ ਬੈਠੇ ਸੀ ਕਿ ਉਹਨਾਂ ਦੀਆਂ ਇੱਥੇ ਜ਼ਮੀਨਾਂ ਜਾਇਦਾਦਾਂ ਘਰ ਸੀ, ਉਹਨਾਂ ਨੇ ਸਾਰਾ
ਜ਼ੋਰ ਲਾ ਕੇ ਇਸ ਧਰਨੇ ਨੂੰ ਬਹੁਤ ਹਾਈ ਲੈਵਲ ਤੱਕ ਲਿਆਂਦਾ। ਹੁਣ ਉਹ ਧਰਨਾ ਜਿੱਤ ਕੇ, ਵਰਲਡ ਦੇ ਵਿੱਚ ਜਿੱਤ ਕੇ, ਮੈਂ ਉਹਨਾਂ ਜਿਹੜੇ ਅੱਜ ਕਿਸਾਨਾਂ ਨਾਲ ਨਹੀਂ ਤੁਰਨਾ ਚਾਹੁੰਦੇ ਉਹਨਾਂ ਨੂੰ ਦੱਸਣਾ ਚਾਹੁੰਦਾ, ਅਦਰਵਾਈਜ਼ ਤੁਹਾਡੇ ਇਲਾਕੇ ਦਾ ਕੈਂਡੀਡੇਟ ਕਿਸੇ ਗੱਲੋਂ ਪਿੱਛੇ ਜਾਂਦਾ ਜਾਂ ਪਛੜਦਾ ਆ ਤਾਂ ਜਿਹੜੀ ਬਦਨਾਮੀ ਆ ਤੁਹਾਡੀ ਉਹ ਹਰੀ ਪੱਗ ਦੀ ਵੀ ਨਾਲ ਹੀ ਹੋਣੀ ਆ। ਕਹਿਣਾ ਅੱਜ ਕੀ ਗੱਲ ਹੋਈ, ਉੱਥੇ ਤੇ ਜਿੱਤੇ ਆਏ, ਫਿਰ ਸਰਕਾਰ ਨੂੰ ਵੀ ਮੌਕਾ ਮਿਲ ਜਾਣਾ। ਸਰਕਾਰ ਨੂੰ ਕੀ ਮੌਕਾ ਮਿਲਣਾ, ਉਹਨੇ ਕਹਿਣਾ ਅਸੀਂ ਤੁਹਾਨੂੰ ਕਿਹਾ ਸੀ ਨਾ, ਦੇਖੋ ਇਹਨਾਂ ਦੇ ਕੈਂਡੀਡੇਟ ਹਾਰ ਗਏ, ਇਹਨਾਂ ਮਗਰ ਵੋਟ ਨਹੀਂ ਹੈਗੀ ਸੀ। ਕਾਰਨ ਕਿ ਇਹ ਪੇਡ ਬੰਦੇ ਸੀ ਕਾਂਗਰਸ ਅਕਾਲੀ ਦੇ ਜਿਹੜੇ ਬੀਜੇਪੀ ਦੇ ਸਰਕਾਰ ਧਰਨਾ ਲਾਈ ਬੈਠੇ ਸੀ। ਉੱਥੇ ਵੀ ਉਹ ਸਵਾਲ ਜਿਹੜਾ ਫਿਰ ਸਹੀ ਠਹਿਰਾਇਆ ਜਾਣਾ ਵੀ ਹਾਂ ਵਾਕਈ ਹੀ, ਕਿਉਂਕਿ ਵੋਟਾਂ ਨਹੀਂ ਪਈਆਂ, ਇਹ ਬੰਦੇ ਪੇਡ ਸੀ। ਅਸੀਂ ਉਸ ਚੀਜ਼ ਨੂੰ ਸੋਚਦੇ ਹਾਂ ਵੀ ਜਿਹੜੀ ਇੱਜ਼ਤ ਇੱਕ ਵਾਰ ਆਪਾਂ ਬਰਕਰਾਰ ਕਰ ਲਈ, ਜਿਹੜਾ ਫਰਲਾ ਸਾਡਾ ਖੜ ਗਿਆ ਉਹ ਹੁਣ ਝੁਕਣਾ ਨਹੀਂ ਚਾਹੀਦਾ। ਜੇ ਕੈਂਡੀਡੇਟਾਂ ਨੂੰ ਵੋਟਾਂ ਪਾ ਕੇ ਤੁਸੀਂ ਜਿਤਾਓਗੇ ਤੇ ਨਾਲੇ ਉਹਨਾਂ ਦੇ ਲਈ ਸਮੱਸਿਆ ਖੜੀ ਹੋ ਜੂਗੀ ਜਿਹੜੇ ਹਰ ਵੇਲੇ ਸਾਨੂੰ ਠੱਗਦੇ ਨੇ, ਨਵਾਂ ਫਰੰਟ ਖੜਾ ਹੋ ਜਾਊਗਾ। ਉਹਨਾਂ ਨੂੰ ਵੀ ਪਤਾ ਲੱਗੂਗਾ ਵੀ ਹੁਣ 10 ਸਾਲਾਂ 15 ਸਾਲਾਂ ਬਾਅਦ ਵਾਰੀ ਆਉਣੀ ਆ, ਇਹਨੂੰ ਚੰਗਾ ਕਿ ਅਸੀਂ ਚੱਜ ਦਾ ਕੰਮ ਕਰੀਏ, ਸਾਡੇ ਮਗਰ ਹੋਰ ਲੋਕ ਹੈਗੇ ਨੇ। ਇਸ ਕਰਕੇ ਅਪੀਲ ਕਰਦੇ ਹਾਂ ਤੁਹਾਡੇ ਜਰੀਏ, ਤੁਹਾਡੇ ਚੈਨਲ ਜਰੀਏ ਵੀ ਲੋਕਾਂ ਨੂੰ ਵੀ ਜਿਹੜੇ ਵੀ ਤੁਹਾਡੇ ਇਲਾਕੇ ਵਿੱਚ ਕੈਂਡੀਡੇਟ ਖੜੇ ਨੇ, ਖਾਸ ਕਰ ਸੰਯੁਕਤ ਕਿਸਾਨ ਮੋਰਚੇ ਦੇ, ਉਹਨਾਂ ਨੂੰ ਜ਼ਰੂਰ ਜਿਤਾਓ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਨੇ ਇਕਬਾਲ ਸਿੰਘ ਜੀ ਬੈਂਸ ਢਾਡੀ ਨੇ, ਜਿਨ੍ਹਾਂ ਨੇ ਅਜੇ ਫਲੋਰ ਦੇ ਹੱਕ ਦੇ ਵਿੱਚ ਆਪਣੀ ਗੱਲ ਰੱਖੀ ਹੈ ਔਰ ਕਲੀਅਰ ਕੀਤੀ ਹੈ ਕਿ ਰਾਜਨੀਤੀ ਦਾ ਅਸਲ ਸਿਸਟਮ ਕੀ ਹੈ। ਅਸੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਜੋ ਸਮਾਜ ਦੇ ਵਿੱਚ ਹੋ ਰਿਹਾ ਤੁਹਾਡੇ ਤੱਕ ਲੈ ਕੇ ਆਉਂਦੇ ਰਵਾਂਗੇ। ਬਹੁਤ ਤੁਹਾਡਾ ਧੰਨਵਾਦ ਜੀ। ਤੁਸੀਂ ਦੇਖਦੇ ਰਹੋ NG ਚੈਨਲ।